ਬੱਚਿਓ ਅੱਜ ਦੇ ਸੀਪੀਓ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅਸੀਂ ਚੌਥਾ ਯੂਨਿਟ ਜਿਹੜਾ ਹੈਗਾ ਉਹ ਸਟਾਰਟ ਕੀਤਾ ਹੋਇਆ ਹੈ। ਉਹਦੇ ਵਿੱਚ ਬੇਸਿਕਲੀ ਅਸੀਂ ਪੋਲੀਟੀਕਲ ਪਾਰਟੀਜ਼ ਵਾਲਾ ਜਿਹੜਾ ਚੈਪਟਰ ਸ਼ੁਰੂ ਕੀਤਾ ਹੋਇਆ। ਇਹਦੇ ਵਿੱਚੋਂ ਜਿਹੜੇ ਜਿਹੜੇ ਅਸੀਂ ਟੌਪਿਕਸ ਕਰ ਲਏ ਹੈ, ਇਹਦੇ ਵਿੱਚੋਂ ਅਸੀਂ ਪੋਲੀਟੀਕਲ ਪਾਰਟੀ ਦਾ ਮੀਨਿੰਗ, ਉਹਦੀਆਂ ਡੈਫੀਨੇਸ਼ਨਸ, ਉਹਦੇ ਫੰਕਸ਼ਨਸ ਤੇ ਜਿਹੜੀ ਕਲਾਸੀਫਿਕੇਸ਼ਨ ਹੈ, ਕਲਾਸੀਫਿਕੇਸ਼ਨ ਦਾ ਜਿਹੜਾ ਹੈ ਅਸੀਂ ਥੋੜਾ ਪਾਰਟ ਕੀਤਾ। ਅੱਜ ਅਸੀਂ ਵੱਖ-ਵੱਖ ਜਿਹੜੇ ਵਿਚਾਰਕ ਹੈਗੇ ਆ ਉਹਨਾਂ ਨੇ ਪਾਰਟੀ ਸਿਸਟਮਸ ਉੱਤੇ ਆਪਣੇ ਕੀ ਵਿਚਾਰ ਦਿੱਤੇ ਹੈ, ਜਾਂ ਉਹਨਾਂ ਦੇ ਅਨੁਸਾਰ ਪਾਰਟੀ ਸਿਸਟਮ ਜਿਹੜਾ ਹੈ ਕਿੱਦਾਂ ਦਾ ਹੋਣਾ ਚਾਹੀਦਾ ਹੈ, ਪਾਰਟੀ ਵਿਵਸਥਾ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹਦੇ ਬਾਰੇ ਜਿਹੜੀ ਹੈ ਅਸੀਂ ਜਿੱਦਾਂ ਐਲਨ ਬਾਲ ਦੀ ਹੈਗੀ ਹੈ, ਫਿਰ ਸਾਰਾ ਟੋਰਿਨ ਦੀ ਹੈਗੀ ਹੈ, ਮੌਰਿਸ ਡਿਵਰਜਰ ਦੀ ਹੈਗੀ ਹੈ, ਅਤੇ ਹੋਰ ਕਈ ਵਿਚਾਰਕ ਹੈ ਜਿਨ੍ਹਾਂ ਨੇ ਪੋਲੀਟੀਕਲ ਪਾਰਟੀਜ਼ ਦੇ ਵਰਗੀਕਰਨ ਉੱਤੇ ਜਿਹੜਾ ਹੈ ਆਪਣੇ ਵਿਚਾਰ ਜਿਹੜੇ ਹੈਗੇ ਆ ਪ੍ਰਗਟ ਕੀਤੇ ਆ। ਇੱਥੇ ਮੈਂ ਤੁਹਾਡੇ ਨਾਲ ਇੱਕ ਪੀਪੀਟੀ ਸ਼ੇਅਰ ਕੀਤੀ ਹੋਈ ਹੈ। ਇਹ ਬਹੁਤ ਸੂਝਵਾਨ ਪ੍ਰੋਫੈਸਰ ਨੇ, ਅਗਮਨੀ ਸਾਹਾ, ਠੀਕ ਹੈ ਜੀ। ਇਹਨਾਂ ਦੀ ਪੀਪੀਟੀ ਮੈਂ ਜਿਹੜੀ ਤੁਹਾਡੇ ਨਾਲ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਹੋਈ ਹੈ। ਇਹਦੇ ਵਿੱਚ ਉਹਨਾਂ ਨੇ ਜਿਹੜੇ ਪਾਰਟੀ ਸਿਸਟਮ ਹੁੰਦਾ ਹੈ ਉਹਦੇ ਬਾਰੇ ਦੱਸਿਆ ਹੈ। ਹੁਣ मैं पहली स्लाइड ये खोलन लगा है, ठीक है जी। प्रिंसीपल टाइप्स ऑफ पार्टी सिस्टम। ਹੁਣ ਅਗਮਨੀ ਸਾਹ ਜਿਹੜੇ ਹੈਗੇ ਆ ਉਹ ਕਹਿੰਦੇ ਕਿ ਅਗਰ ਅਸੀਂ ਕਿਸੇ ਵੀ ਵਿਵਸਥਾ 'ਚ ਗੱਲ ਕਰੀਏ ਤਾਂ ਕਿਸੇ ਵੀ ਵਿਵਸਥਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਾਰਟੀ ਸਿਸਟਮ ਹੁੰਦੇ ਆ, ਜਾਂ ਵੱਖ-ਵੱਖ ਤਰ੍ਹਾਂ ਦੀ ਪਾਰਟੀ ਪ੍ਰਣਾਲੀ ਜਿਹੜੀ ਹੈ ਹੁੰਦੀ ਹੈ। ਹੁਣ ਅਗਮਨੀ ਸਾਹ ਜੀ ਕੀ ਕਹਿੰਦੇ ਨੇ? The political parties represent various opinions in democracy. Variety of political parties should characterize democratic system. In reality, however, number of viable political parties differ from country to country in accordance to legal requirements and peculiar circumstances obtaining particular country. ਹੁਣ ਅਗਮਨੀ ਸਾਹ ਜੀ ਦਾ ਵੀ ਇਹ ਵਿਚਾਰ ਹੈ, ਜਿੱਦਾਂ ਹੋਰ ਵਿਚਾਰਕਾਂ ਦਾ ਵਿਚਾਰ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਾਰਟੀ ਸਿਸਟਮ ਪਾਏ ਜਾਂਦੇ। ਜਿੱਦਾਂ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ, ਬੇਸਿਕਲੀ ਤਿੰਨ ਤਰ੍ਹਾਂ ਦੇ ਪਾਰਟੀ ਸਿਸਟਮ ਹੁੰਦੇ ਆ, ਇੱਕ ਦਲੀਏ, ਬਹੁਦਲੀਏ ਤੇ ਦੋ ਦਲੀਏ, ਠੀਕ ਹੈ। ਉਹੀ ਗੱਲ ਜਿਹੜਾ ਹੈ ਅਗਮਨੀ ਸਾਹ ਜੀ ਜਿਹੜੇ ਹੈਗੇ ਆ ਪੋਲੀਟੀਕਲ ਸਾਇੰਟਿਸਟ ਜਾਂ ਕਹਿ ਲਓ ਰਾਜਨੀਤੀ ਸ਼ਾਸਤਰ ਦੇ ਗਿਆਨੀ, ਜੋ ਵੀ ਇਹਨਾਂ ਨੂੰ ਤੁਸੀਂ ਕਹਿ ਸਕਦੇ ਹਾਂ ਆਪਾਂ। ਸੋ वो कहता है कि in Great Britain, United States, for example, two-party system prevails, while majority of countries, including India, France, multi-party system has come into existence. मैं कल ਤੁਹਾਨੂੰ ਦੱਸਿਆ ਸੀਗਾ ਕਿ ਭਾਰਤ ਅਤੇ ਫਰਾਂਸ ਦੇ ਵਿੱਚ ਜਿਹੜਾ ਹੈ ਉਹ ਮਲਟੀ-ਪਾਰਟੀ ਸਿਸਟਮ ਹੈ, मतलब ਬਹੁਦਲੀय ਪ੍ਰਣਾਲੀ ਹੈ। ਔਰ ਅਗਰ ਇੰਗਲੈਂਡ ਤੇ ਅਮਰੀਕਾ ਦੀ ਅਗਰ ਗੱਲ ਕਰੀਏ ਉੱਥੇ ਟੂ-ਪਾਰਟੀ ਸਿਸਟਮ ਹੈ। ਫਿਰ ਅਗਰ ਚੀਨ ਦੀ ਆਪਾਂ ਗੱਲ ਕਰੀਏ, ਚੀਨ ਦੇ ਵਿੱਚ ਜਿਹੜਾ ਹੈਗਾ ਉਹ वन पार्टी सिस्टम। सो बेसिकली अगमनी साह ने ਜਿਹੜਾ ਡਿਵਰਜਰ ਨੇ ਪਾਰਟੀ ਸਿਸਟਮ ਦਾ ਐਨਾਲਿਸਿਸ ਕੀਤਾ ਹੈਗਾ ਹੈ। ਜਿਹੜਾ ਅਗਮਨੀ ਸਾਹ ਜੀ ਹੈ ਉਹ ਕਹਿੰਦੇ ਕਿ ਡਿਵਰਜਰ ਕੀ ਕਹਿੰਦਾ ਹੈ, ਡਿਵਰਜਰ broadly divided all the party system into two. These are pluralistic one party systems ਦੀ ਗੱਲ ਕਰਦਾ ਹੈ, फिर वन पार्टी सिस्टम विद डोमिनेंट पार्टीज की गल करता है। इन फर्स्ट कैटेगरी ਜਿਹੜੀ ਉਹਨੇ ਪਹਿਲੀ ਵਰਗੀਕਰਨ ਕੀਤਾ ਪਾਰਟੀ ਸਿਸਟਮ ਦਾ, ਉਹਦੇ ਵਿੱਚ ਦੋ ਤਰ੍ਹਾਂ ਦੇ ਮੈਂ ਸਿਸਟਮ ਇੰਕਲੂਡ ਕੀਤੇ, ਮਲਟੀ ਪਾਰਟੀ ਸਿਸਟਮ ਅਤੇ ਟੂ ਪਾਰਟੀ ਸਿਸਟਮ, ਠੀਕ ਹੈ ਜੀ। ਫਿਰ ਜਿਹੜੀ ਉਹਨੇ ਸੈਕੰਡ ਕੈਟਾਗਰੀ ਬਣਾਈ ਹੈ, ਸੈਕੰਡ ਕੈਟਾਗਰੀ ਦੇ ਵਿੱਚ ਵਨ ਪਾਰਟੀ ਸਿਸਟਮ ਦੀ ਉਹ ਗੱਲ ਕਰ ਰਿਹਾ ਹੈ। ਫਿਰ ਡੋਮੀਨੈਂਟ ਪੋਲੀਟੀਕਲ ਪਾਰਟੀ ਸਿਸਟਮ ਦੀ ਗੱਲ ਕਰ ਰਹੇ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਆਪਾਂ ਡਿਵਰਜਰ ਦੀ ਗੱਲ ਕਰੀਏ, ਕੀਪਿੰਗ ਵਿਊ of these four some classifications we may broadly classify the parties as two party system, multi party system and one party, ठीक है। ਇਹਨੂੰ ਤੁਸੀਂ ਧਿਆਨ ਨਾਲ ਸਮਝ ਲਓ। ਜਿੰਨੇ ਵੀ ਵਿਚਾਰਕ ਹੈਗੇ ਆ ਜਿਨ੍ਹਾਂ ਨੇ ਪਾਰਟੀ ਸਿਸਟਮ ਉੱਤੇ ਕੰਮ ਕੀਤਾ ਹੈ, ਉਹਨਾਂ ਨੇ ਬੇਸਿਕਲੀ ਮੇਜਰ ਤਿੰਨ ਬ੍ਰੌਡ ਕੈਟਾਗਰੀਜ਼ ਜਿਹੜੀਆਂ ਹੈਗੀਆਂ ਉਹ ਬਣਾਈਆਂ, ਜਿੱਦਾਂ ਟੂ ਪਾਰਟੀ ਸਿਸਟਮ, ਮਲਟੀ ਪਾਰਟੀ ਸਿਸਟਮ, वन पार्टी, ठीक है जी। ब्रॉड कैटेगरीज है,
ਹੁਣ ਡਿਮਰਜਰ ਇੱਥੇ ਪਲੂਰਲਿਸਟਿਕ ਦੀ ਵੀ ਗੱਲ ਕਰਨ ਲੱਗ ਪਏ, ਬਹੁਲਵਾਦੀ ਜਿਹੜਾ ਪਾਰਟੀ ਸਿਸਟਮ ਉਹਦੀ ਗੱਲ ਕਰਨ ਲੱਗੇ। ਬਹੁਲਵਾਦੀ ਪਾਰਟੀ ਸਿਸਟਮ अगर आप गल करिए प्लूरलिस्टिक का मतलब होता है बहुत बहुत सारियां या बहुत सो कहने का मतलब है उन्हें एक अगर आप मल्टी पार्टी सिस्टम की गल करिए बहुदलीय प्रणाली की गल करिए ਉਹਦੇ ਵਿੱਚ ਹੀ ਉਹਨੇ ਇੱਕ ਬ੍ਰੌਡ ਕੈਟਾਗਰੀ ਜਾਂ ਸਬ ਕੈਟਾਗਰੀ ਬਣਾਤੀ ਹੈ ਜਿਹਨੂੰ ਅਸੀਂ ਜਿਹੜਾ ਹੈਗਾ ਵਨ ਪਾਰਟੀ ਸਿਸਟਮ ਸੌਰੀ ਜਿਹਨੂੰ ਅਸੀਂ ਜਿਹੜਾ ਪਲੂਰਲਿਸਟਿਕ ਪਾਰਟੀ ਸਿਸਟਮ ਜਿਹੜਾ ਹੈ। ਹੁਣ ਅੱਗੇ ਉਹਨਾਂ ਨੇ ਦੱਸਿਆ ਹੈਗਾ ਕਿ ਵਨ ਪਾਰਟੀ ਸਿਸਟਮ ਕੀ ਹੁੰਦਾ। ਦੀ ਵਨ ਪਾਰਟੀ ਸਿਸਟਮ ਔਰ ਸਿੰਗਲ ਪਾਰਟੀ ਸਿਸਟਮ ਇਜ਼ ਫਾਊਂਡ one party system or single party system is found upon the assumption that sovereign will of the state reposes in the leader and the political elite. The authoritarian principle found its expression first in monarchies. वो कहता कि one party system ਦੇ ਵਿੱਚ ਜਿਹੜਾ ਹੈ ਇੱਕ ਪਾਰਟੀ ਦੇ ਲੀਡਰ ਦੁਆਰਾ ਇਹੋ ਜਿਹੀ ਵਿਵਸਥਾ ਨੂੰ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਚਲਾਇਆ ਜਾਂਦਾ ਹੈ ਜਾਂ ਜਿਹੜਾ ਰਾਜਨੀਤਿਕ ਅਲੀਟ ਹੁੰਦਾ ਹੈ ਉਹਦੇ ਦੁਆਰਾ ਚਲਾਇਆ ਜਾਂਦਾ ਹੈ। ਇਹਦੇ ਵਿੱਚ ਜਿਹੜਾ ਹੈ ਡੈਮੋਕ੍ਰੈਟਿਕ ਪ੍ਰਿੰਸੀਪਲ ਨਹੀਂ ਲੱਗਦਾ ਜਾਂ ਇਹਦੇ ਵਿੱਚ ਜਿਹੜਾ ਹੈ ਲੋਕਤੰਤਰੀ ਜਿਹੜਾ ਸਿਧਾਂਤ ਹੈ ਉਹ ਪਿਕਚਰ ਦੇ ਵਿੱਚ ਨਹੀਂ ਆਉਂਦਾ। ਇਹਦੇ ਵਿੱਚ ਉਹ ਕਹਿੰਦਾ ਕਿ ਇਹਦਾ ਜਿਹੜਾ ਸੁਭਾਅ ਹੈ ਉਹ ਸਰਵ ਸੱਤਾਵਾਦੀ ਹੁੰਦਾ ਹੈ। ਸਰਵ ਸੱਤਾਵਾਦੀ ਸ਼ਾਸਨ ਜਾਂ ਸਰਵ ਸੱਤਾਵਾਦੀ शासन प्रणाली का जोड़ा एक्सप्रैशन सीगा वो लोकतंत्री व्यवस्थावां दे विच सब नालों पहला जोड़ा है वो मोनार्की दे विच देखने को मिलता सी। लेटर इन डिक्टेटरशिप मोर रिसेंटली इन सम डेमोक्रेसी। हुण हर देश तुहानूं पहले भी मैं दस चुका है कि हर देश जिहड़ा है अपने आप नूं जिहड़ा है लोकतंत्री कहलान दे विच विश्वास या लोकतंत्री कहण दे विच जिहड़ा है विश्वास। सो अगमनी शाह ने भी यही गल नूं सपोर्ट किया कि पहले जिहड़ा अथॉरिटेरियन मॉडल सीगा या सर्व सत्तावादी शासन व्यवस्था की जिहड़ी एग्जाम्पल है वो सानू कित्थे देखने को मिलती सीगी राजतंत्री व्यवस्थावां दे। हुण जे आपां राजतंत्र की गल करिए ते राजतंत्र किसी टाइम ते सर्व किसी टाइम ते जिहड़ा असीं भी राजतंत्र का कंसैप्ट डिवाइन विजन थ्योरी तो पहला दी अगर गल करिए आपां दैवीय सिद्धांत तो पहले की गल करिए जो दैवीय सिद्धांत चलदा सी राजे नूं जिहड़ा है वो भगवान का प्रतिनिधि मन्निया जांदा सी और ये कहा जांदा सी कि जो राजा कहता है वो ही फाइनल हैगा मतलब राजा दी गल नूं तुसीं जिहड़ा हैगा चैलेंज नहीं कर सकते या ओहदा विरोध नहीं कर सकते या ओहनूं रेजिस्ट नहीं कर सकते। जिहड़ा ये कनसैप्ट सीगा ठीक है जी इस कनसैप्ट नूं दे विच एक शासनीय व्यवस्था की एग्जाम्पल होगी ना पुराने समय अगर लईए जो लोकतंत्री व्यवस्था नहीं सी या जो लोकतंत्र का जन्म नहीं होया सी तो जिहड़ा अथॉरिटेरियन एक्सप्रैशन सीगा वो मोनार्की दे विच देखण नूं मिलदा सी। उस तो बाद जिहड़ा हैगा एक एक्सप्रैशन कुछ जिहड़े सर्व सत्तावादी शासन व्यवस्थावां सीगीआं उहनां विच देखण नूं मिलण लग पिया जिथे वो भी कहता है अगमनी शाह भी कहता है एज अ डिक्टेटरशिप नीड्स अ मोनोपोली ऑफ पावर for its survival it abolishes all political parties। ठीक है डिक्टेटरशिप दे विच जिद्दां तुसीं इराक दी गल कर लो या जिद्दां चीन दी आपां गल कर लईए या जिद्दां आपां भूतपूर्व सोवियत संघ की गल कर लीए क्यूबा की गल कर लीए या होर किसी देश की गल कर लीए जिथे बहुत समय तक जिहड़ा है तानाशाही रही वो तानाशाही दे विच जिहड़ा है मोनोपोली ऑफ पावर या एक पॉलिटिकल पार्टी को होंदी है या मिलिटरी जुंडा को होंदी है या मिलिटरी जिहड़े लीडर्स होंदे हैं या मिलिटरी जिहड़े जनरल होंदे उन्हां दा ग्रुप को होंदी है या पहले एक मिलिटरी जनरल को भी हो सकती है जिद्दां पाकिस्तान दे विच बहुत सालों तक जिहड़ा रहा। पर पाकिस्तान दे विच भी मल्टी पार्टी सिस्टम है पाकिस्तान दे विच भी जिहड़ा है बहुत ज़्यादा पर वो दिखाण नूं शैम डेमोक्रेसी है इहनूं आपां जिहड़ी है दिखावा लोकतंत्र भी कहते हैं या शाम डेमोक्रेसी भी जिहड़ा है कहते हैं। ठीक है जी उस तो बाद एक अबॉलिशेस ऑल द पॉलिटिकल पार्टी ठीक है ਉਹਦੇ ਵਿੱਚ पॉलिटिकल पार्टीज ਜਿਹੜੀਆਂ ਹਨ ਉਹ ਖਤਮ ਹੋ ਜਾਂਦੀਆਂ। दो इलेक्शंस आर कंडक्टेड इवन इन सच ए regime बट हाँ मतलब इदां ਦੀਆਂ ਵਿਵਸਥਾਵਾਂ ਦੇ ਵਿੱਚ ਚੋਣਾਂ ਹੁੰਦੀਆਂ ਜਿੱਦਾਂ ਪਾਕਿਸਤਾਨ 'ਚ ਚੋਣਾਂ ਹੁੰਦੀਆਂ ਚੀਨ 'ਚ ਚੋਣਾਂ ਹੁੰਦੀਆਂ
ਭੂਤਪੂਰਵ ਸੂਬੇ ਸਨ ਚ ਚੋਣਾਂ ਹੁੰਦੀਆਂ ਸੀ, ਕਿਊਬਾ ਚ ਚੋਣਾਂ ਹੁੰਦੀਆਂ ਸੀ, ਪਰ ਇਹ ਦਿਖਾਉਣ ਵਾਸਤੇ, ਵਿਸ਼ਵ ਨੂੰ ਦਿਖਾਉਣ ਵਾਸਤੇ ਹੁੰਦੀਆਂ ਸੀ। ਸੋ ਵਨ ਪਾਰਟੀ ਸਿਸਟਮ ਦੇ ਵਿੱਚ ਜਿਹੜਾ ਹੈ, ਠੀਕ ਹੈ, ਇਹ ਉਹ ਗੱਲ ਕਰ ਰਿਹਾ ਕਿ ਪਹਿਲੇ ਇਦਾਂ ਦੀ ਵਿਵਸਥਾ ਜਿਹੜੀ ਹੈ ਉਹ ਰਾਜਤੰਤਰੀ ਚੱਲਦੀ ਸੀ, ਤਾਨਾਸ਼ਾਹੀ ਚਾਹੀ, ਤਾਨਾਸ਼ਾਹੀ ਦੇ ਵਿੱਚੋਂ ਵੀ ਲੋਕਤੰਤਰ ਦੇ ਵਿੱਚ ਵੀ ਕੁਝ ਜਿਹੜੇ ਦੇਸ਼ ਆ ਆਪਣੇ ਆਪ ਨੂੰ ਲੋਕਤੰਤਰੀ ਕਹਿੰਦੇ ਆ, ਪਰ ਉਹ ਲੋਕਤੰਤਰ ਇਹ ਹੈ। There are some variations prevailing in single party system today. ਹੁਣ ਜਿਹੜਾ ਮੌਨਿਸਟ ਵਰਜਰ ਹੈ ਜਾਂ ਜਿਹੜਾ ਅਗਮਨੀ ਸਾਹ ਨੇ ਜਿਹੜਾ ਇੰਟਰਪ੍ਰੀਟੇਸ਼ਨ ਦਿੱਤੀ ਹੈ, there are some variations, ਉਹ ਕਹਿੰਦਾ ਜਿਹੜਾ ਸਿੰਗਲ ਪਾਰਟੀ ਸਿਸਟਮ ਹੈ ਉਹ ਕੰਟਰੀ ਟੂ ਕੰਟਰੀ, ਪੋਲੀਟੀਕਲ ਸਿਸਟਮ ਟੂ ਪੋਲੀਟੀਕਲ ਸਿਸਟਮ ਜਿਹੜਾ ਹੈ ਵੇਰੀ ਕਰ ਸਕਦਾ, ਮਤਲਬ ਇੱਕੋ ਜਿਹਾ ਨਹੀਂ ਹੈ, ਉਹਦੀਆਂ ਵਿਸ਼ੇਸ਼ਤਾਵਾਂ ਅਲੱਗ-ਅਲੱਗ ਹੋ ਸਕਦੀਆਂ। ਜਿੱਦਾਂ ਮੈਂ ਤੁਹਾਨੂੰ ਦੱਸਿਆ ਹੋਣੀ, ਜਿੱਦਾਂ ਪਹਿਲੀ ਉਹ ਗੱਲ ਕੀ ਕਰਦਾ, such a party is an official party in sense that has monopoly and is led by some person। ਕਹਿੰਦਾ monopoly of party ਹੋ ਸਕਦੀ ਹੈ, monopoly of person ਹੋ ਸਕਦੀ ਹੈ, monopoly of military junta ਹੋ ਸਕਦੀ ਹੈ, monopoly of ਜਿਹੜਾ ਹੈ ਉਹ ਡੋਮੀਨੈਂਸ ਕਿਹਦੀ ਹੋ ਸਕਦੀ ਹੈ, ਇੱਕ ਵਿਅਕਤੀ ਵਿਸ਼ੇਸ਼ ਦੀ ਹੋ ਸਕਦੀ ਹੈ। ਜਿੱਦਾਂ ਫੋਰ ਐਗਜ਼ਾਮਪਲ ਅਗਰ ਪਾਕਿਸਤਾਨ ਦੀ ਆਪਾਂ ਗੱਲ ਕਰੀਏ, 2000 ਪੂਰੇ 2000 ਸਾਲ ਦੇ ਵਿੱਚ ਜਦੋਂ ਉੱਥੇ ਇੱਕ ਲੋਕਤੰਤਰੀ ਸਰਕਾਰ ਕੰਮ ਕਰ ਰਹੀ ਸੀ, ਨਵਾਜ਼ ਸ਼ਰੀਫ ਉਸ ਵੇਲੇ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜਾ ਉਹਦੀ ਸਰਕਾਰ ਨੂੰ, ਜਿਹੜਾ ਉਸ ਵੇਲੇ ਦਾ ਜਨਰਲ ਸੀਗਾ, ਕਾਰਗਿਲ ਯੁੱਧ ਤੋਂ ਬਾਅਦ ਇਹ ਘਟਨਾ ਘਟੀ ਸੀ, ਰਾਤੋਂ ਰਾਤ ਹੀ ਉਹਦਾ ਜਿਹੜਾ ਹੈ ਸੀਗਾ ਤਖਤਾ ਪਲਟ ਕੇ ਆਪ ਉਹ ਸ਼ਾਸਨ ਤੇ ਕਾਬਿਲ ਹੋ ਗਿਆ ਸੀ। ਜਨਰਲ ਪਰਵੇਜ਼ ਮੁਸ਼ਰਫ ਜਿਹੜਾ ਸੀ ਉਸ ਵੇਲੇ ਜਿਹੜੀ ਪਾਕਿਸਤਾਨ ਦੀ ਆਰਮੀ ਸੀ ਉਹਦਾ ਆਰਮੀ ਜਨਰਲ ਸੀ, ਠੀਕ ਹੈ। ਇਦਾਂ ਯਹੀਆ ਖਾਨ ਨੇ ਕੀਤਾ, ਇਦਾਂ ਜਨਰਲ ਜ਼ੋਹਰ ਨੇ ਕੀਤਾ, ਕਾਫੀ ਜਨਰਲ। ਸੋ ਤੇ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਹਮੇਸ਼ਾ ਹੀ ਜਿਹੜਾ ਹੈ ਪੋਲੀਟੀਕਲ ਇਨਸਟੇਬਿਲਿਟੀ ਰਹੀ ਹੈ ਜਾਂ ਪੋਲੀਟੀਕਲ ਟਰਮੋਇਲ ਹੈ। ਅੱਛਾ, ਫਿਰ ਸੈਕੰਡ ਜਿਹੜੀ ਵੇਰੀਐਂਟ ਹੋ ਸਕਦਾ ਹੈ ਇਹਦੇ ਵਿੱਚ, ਸੈਕੰਡ ਵੇਰੀਐਂਟ ਇਹਦੇ ਵਿੱਚ ਹੈਗਾ ਕਿ ਮੈਂਬਰਸ਼ਿਪ ਆਫ ਸਚ ਪਾਰਟੀ ਇਜ਼ ਯੂਜੂਅਲੀ ਮੇਡ ਐਨ ਐਸੈਂਸ਼ੀਅਲ ਰਿਕੁਆਇਰਮੈਂਟ ਫॉर at least important government jobs। ਅੱਛਾ, ਹੁਣ ਸਿੰਗਲ ਪਾਰਟੀ ਸਿਸਟਮ ਤੇ ਜਾਂ ਵਨ ਪਾਰਟੀ ਸਿਸਟਮ ਦੇ ਵਿੱਚ ਜਿਹੜਾ ਹੈਗਾ ਮੈਂਬਰਸ਼ਿਪ ਜਿਹੜੀ ਹੈ ਪਾਰਟੀ ਦੀ ਜਿਹੜੀ ਹੈ ਜ਼ਰੂਰੀ ਹੁੰਦੀ ਹੈ ਅਗਰ ਤੁਸੀਂ ਸਰਕਾਰੀ ਜੌਬ ਲੈਣੀ ਹੈ ਜਾਂ ਸਰਕਾਰੀ ਨੌਕਰੀ ਲੈਣੀ ਹੈ। ਅੱਛਾ, ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈਗੀ ਹੈ, ਆ ਥਰਡ ਪੁਆਇੰਟ ਦੇਖੋ ਇੱਥੇ, this kind of party supervises the governmental effects to ideology indoctrinate people। ਸੋ ਜਿਹੜਾ ਇਦਾਂ ਦਾ ਸਿਸਟਮ ਹੁੰਦਾ ਹੈ ਉਹਦੇ ਵਿੱਚ ਵਿਚਾਰਧਾਰਾ ਦੀ ਵੀ ਇੰਪੋਰਟੈਂਸ, ਵਿਚਾਰਧਾਰਾ ਦੇ ਆਧਾਰ ਤੇ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਲੋਕਾਂ ਦੇ ਮਾਈਂਡ ਨੂੰ ਜਿਹੜਾ ਹੈ ਵਾਸ਼ ਕੀਤਾ ਜਾਂਦਾ ਹੈ ਜਾਂ ਲੋਕਾਂ ਨੂੰ ਆਪਣੇ ਵੱਲ ਜਿਹੜਾ ਹੈ ਧਕੇਲਦਾ ਹੈ, ਠੀਕ ਹੈ ਜੀ। ਇਟ ਇਜ਼ ਕਰੈਕਟਰਿਸਟਿਕ ਬਾਈ ਐਲੀਟ ਪਰਸਨੈਲਿਟੀ, ਜਿਹਦੇ ਕੋਲ ਸ਼ਾਸਨ ਦੀ ਚਾਬੀ ਹੁੰਦੀ ਹੈ, ਠੀਕ ਹੈ ਜੀ, ਉਹ ਐਲੀਟ ਪਰਸਨੈਲਿਟੀ ਜਿਹੜੀ ਹੈ ਉਹ ਉਹਦੇ ਵਿੱਚ ਜਿਹੜਾ ਹੈ ਉਹਦੇ ਕੋਲ ਹੀ ਰਾਜ ਜਿਹੜਾ ਹੈ ਉਹ ਹੁੰਦਾ ਹੈ, ठीक है जी। उस तो बाद obviously therefore one party system becomes necessarily totalitarian as sole the perimeter of political system, the party extends authority everywhere, the general policy is decided by the dictates of the party। मतलब कि जितना चाइना ਦੇ ਵਿੱਚ ਹੈ, ਚਾਈਨਾ ਦੇ ਵਿੱਚ ਕੀ ਹੈ, ਕਮਿਊਨਿਸਟ ਪਾਰਟੀ ਆਫ ਚਾਈਨਾ ਦਾ ਸਾਰਾ ਪੋਲੀਟੀਕਲ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਚਾਈਨਾ ਦੀ ਜਾਂ ਪੋਲੀਟੀਕਲ ਕੰਟਰੋਲ ਸਾਰਾ ਉਹਦਾ ਹੀ, ਉਹ ਪਾਰਟੀ ਜਿਹਨੂੰ ਚਾਹੁੰਦੀ ਹੈ ਰਾਸ਼ਟਰਪਤੀ ਬਣਾ ਦਿੰਦੀ ਹੈ, ਜਿਹਨੂੰ ਚਾਹੁੰਦੀ ਹੈ ਪ੍ਰਧਾਨ ਮੰਤਰੀ ਬਣਾ ਦਿੰਦੀ ਹੈ। ਉੱਥੇ ਇਲੈਕਸ਼ਨ ਹੁੰਦੇ ਹੈ ਪਰ ਜਿਹੜੇ ਇਲੈਕਸ਼ਨ ਹੈ ਉਹ ਦਿਖਾਉਣ ਵਾਸਤੇ ਹੁੰਦੇ। ਸੋ ਇੱਥੇ ਉਹਨਾਂ ਨੇ ਵੀ ਅਗਮਨੀ ਸਾਹੀ ਨੇ ਵੀ ਜਿਹੜੀ ਹੈ ਐਗਜ਼ਾਮਪਲ ਦਿੱਤੀ, ਜਿੱਦਾਂ ਫਾਸਿਸਟ ਪਾਰਟੀ ਬਣੀ ਸੀਗੀ ਇਟਲੀ ਦੇ ਵਿੱਚ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ, ਤੇ ਜਿਹੜਾ ਮੁਸੋਲਿਨੀ ਸੀਗਾ ਉਹਨੇ ਜਿਹੜਾ ਸੀਗਾ ਸੱਤਾ ਜਿਹੜੀ ਸੀਗੀ ਉਹ ਸੱਤਾ ਉੱਤੇ ਕਾਬਿਲ ਹੋਇਆ ਸੀ। ਇਸੇ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਜਰਮਨੀ ਦੇ ਵਿੱਚ ਜਿਹੜਾ ਹਿਟਲਰ ਹੈ ਇਸੇ ਤਰ੍ਹਾਂ ਜਿਹੜਾ ਸੀਗਾ ਉਹ ਪਾਵਰ ਦੇ ਵਿੱਚ ਜਿਹੜਾ ਸੀਗਾ ਉਹ ਆਇਆ ਸੀਗਾ, ਠੀਕ ਹੈ ਜੀ।